धत ਇਹੋ ਜਿਹਾ ਹੀ ਕਾਂਡ ਕੀ ਹੋਇਆ? ਸਾਡਾ ਤੇ ਘਰੋਂ ਨਿਕਲਣਾ ਹੀ ਬੰਦ ਹੋ ਗਿਆ। ਇਹ ਸਭ ਤੇਰੇ ਕਰਕੇ ਹੋਇਆ ਮਿੰਗੇ। हाँ सब मैं ही कीता है, जिवें तेनू ते कुछ करना शौक ही नहीं है। ਤੂੰ ਹੀ ਦੱਸ ਕਿੰਨੂੰ ਚੰਗਾ ਲੱਗਦਾ ਐਵੇਂ ਘਰੇ ਬਹਿਣਾ? ਦੱਸ। ਘਰ ਬਹਿ ਕੇ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ। ਹੁਣ ਤੇ ਪੜ੍ਹਨਾ ਵੀ ਨਹੀਂ ਪੈ ਰਿਹਾ ਹੈ। ਸੋਨੀ ਭੈਣ ਜੀ ਨੂੰ ਪੁੱਛੋ ਕਿ ਲੂਡੋ ਜਾਂ ਚੈਸ ਮਿਲੂਗੀ। ओ भरावा आ लो तुहाडी चाह। सोनी भैन जी लूडो है ਜਾ ਚੈਸ ਹੈ। लूडो ਤਾਂ ਹੈਗੀ ਆ ਪਰ ਉਸ ਦੀ ਸਾਰੀ ਗੋਟੀਆਂ ਪਤਾ ਨਹੀਂ ਕਿੱਥੇ ਆ, ਲੱਭਣੀ ਪੈਣੀ ਆ। ਪੇਪਰ ਮਤਲਬ ਰੋਜ਼ ਅਖਬਾਰ ਆਉਂਦਾ ਹੈ? ਆਉਂਦਾ ਤਾਂ ਹੈ ਪਰ ਕਦੀ ਵੀ ਅਖਬਾਰ ਸਵੇਰੇ ਨਹੀਂ ਆਂਦਾ, ਦੁਪਹਿਰ ਚ ਆਂਦਾ ਹੈ। ਬਾਜੂ ਵਿੱਚ ਜਿਹੜੀ ਨੀਰੂ ਸਟੇਸ਼ਨ ਦੀ ਦੁਕਾਨ ਆ, ਉਹ ਜਦੋਂ ਵੀ ਵਾਪਸ ਆਉਂਦਾ ਨਿਊਜ਼ਪੇਪਰ ਨਾਲ ਲੈ ਕੇ ਆਉਂਦਾ ਹੈ। ਪੁਰਾਣਾ ਕੋਈ ਅਖਬਾਰ ਵਿਖਾਈ ਤਾਂ ਉਹੀ ਪੜ੍ਹ ਲਵਾਂਗਾ। ਕਿਚਨ ਵਿੱਚ ਕੋਇਲੇ ਦੇ ਡਰਮ ਦੇ ਪਿੱਛੇ ਰੱਖੇ ਹੋਏ ਨੇ, ਮੈਂ ਲੱਭ ਕੇ ਲਾਉਣੀ ਆ। ਤੇ ਲੂਡੋ ਦਾ ਬੋਰਡ ਵੀ ਦੇ ਦੋ। लूडो ते मिल गए पर लाल गोटी एक भी नहीं है, सारी गोटियां गवाच गई हैं। टिंके अपना अखबार तो विखाई। ਐ ਲਓ। ਇੱਥੇ ਵੀ की बल्ली वीरे की वेख रहे हो? ਤਾਜੁਬ ਦੀ ਗੱਲ ਹੈ। ਕੀ ਹੋਇਆ ਬੱਲੀ ਵੀਰੇ? ਸੋਨੇ ਤੇ ਰੂਬੀ ਦੀ ਕੀਮਤ ਤੇ ਇੱਥੇ ਰੋਜ਼ ਕਿਸੇ ਨੇ ਨਿਸ਼ਾਨ ਬਣਾਇਆ ਹੋਇਆ ਹੈ। ਕਿਉਂ? ਇਸ ਘਰ 'ਚ ਸੋਨੇ ਤੇ ਰੂਬੀ ਦੀ ਕੀਮਤ ਤੇ ਰੋਜ਼ ਕੌਣ ਨਜ਼ਰ ਰੱਖਦਾ ਹੋਵੇਗਾ ਤੇ ਕਿਉਂ ਰੱਖਦਾ ਹੈ? लगदा है सोनी भैन जी। ਮਿੰਕੇ ਅਟਿੰਕੇ ਸੁਣੀ ਜ਼ਰਾ, ਕਿੱਦਾਂ ਵੀ ਕਰਕੇ ਕਿਚਨ 'ਚ ਜਾ ਤੇ ਜਾ ਕੇ ਵੇਖ ਜਿੱਥੇ ਸੋਨੀ ਭੈਣ ਜੀ ਨੇ ਅਖਬਾਰ ਰੱਖੇ ਹੋਏ ਨੇ। ਉੱਥੇ ਜਾ ਕੇ ਵੇਖੀ ਉਹਨਾਂ ਨੇ ਵੀ ਉਸ ਅਖਬਾਰ ਤੇ ਉੱਥੇ ਸੋਨੇ ਤੇ ਰੂਬੀ ਦੀ ਕੀਮਤ ਦੇ ਉੱਤੇ ਗੋਲ ਜਿਹਾ ਨਿਸ਼ਾਨ ਬਣਾ ਕੇ ਰੱਖਿਆ ਹੋਇਆ ਹੈ। ਕਿ ਠੀਕ ਆ ਬੱਲੀ ਵੀਰੇ। सोनी स्वरूपा देवी, सोना स्वरूपा देवी, स्वरूपा देवी। बल्ली वीरे ਤੁਸੀਂ ਕਮਰੇ 'ਚ ਰਹੋ, ਮੈਂ ਵੇਖ ਕੇ ਆਉਣਾ। ਕੀ ਹੋਇਆ? ਸਟੇਸ਼ਨ ਤੋਂ ਰਿਕਸ਼ਾ ਨਹੀਂ ਮਿਲਿਆ ਕੀ? राणा घाट दी ट्रेन 2 घंटे तो रुकी है, लाइन च कुछ गड़बड़ हुई है लगता है। ਜੋ ਵੀ ਹੋਵੇ ਤੁਸੀਂ ਪਹਿਲਾਂ ਕਮਰੇ ਵਿੱਚ ਚਲੋ। ਤੁਸੀਂ ए कौन ने? ਪੰਜਾਬ ਤੋਂ ਆਇਆ, ਤੁਹਾਡੇ ਦਾਦਾ ਦੇ ਦੋਸਤ ਸਾਡਾ ਪਿੰਡ ਵੇਖਣ ਆਏ ਆ। ओ सोनी स्वरूपा जी, मेरे कमरे च थोड़ी जी चाह पजवा दो ते। ਸੁਦਰਸ਼ਨ ਪਾਜੀ ਦਾ ਮੁੰਡਾ ਪੰਜਾਬ 'ਚ ਬਹੁਤ ਵੱਡੀ ਪੋਸਟ ਤੇ ਕੰਮ ਕਰਦਾ ਹੈ। ਪੂਜਾ ਦੀ ਦੇਖਭਾਲ ਦੇ ਲਈ ਆਇਆ ਹੈ ਇੱਥੇ। ਬੱਲੀ ਵੀਰੇ ਕੀ ਸੁਦਰਸ਼ਨ ਜੀ ਦਾ ਮੁੰਡਾ ਵੀ ਹੈ? सुदर्शन बाबू उन्हां दे मुंडे दे बारे ते सानू कुछ नहीं पता। बल्ली वीरे ਤੁਹਾਨੂੰ ਕੁਝ ਦੱਸਿਆ ਕੀ? ਨਹੀਂ, ਨਾਟਕ 'ਚ ਇੱਕ ਹੋਰ ਕੈਰੈਕਟਰ ਦੀ ਐਂਟਰੀ ਹੋਈ ਹੈ। ਸੁਦਰਸ਼ਨ ਬਾਬੂ ਗਾਣਾ ਸੁਣ ਰਿਹਾ ਹੈ। ਤੁਹਾਡੀ ਇੰਨੀ ਹਿੰਮਤ, ਸਭ ਨੂੰ ਘਰੋਂ ਕੱਢ ਦੇਵਾਂਗਾ। ਇਸ ਹਵੇਲੀ 'ਚ ਜੋ ਵੀ ਹੁਣ ਤੱਕ ਮੈਂ ਬੋਲਿਆ ਹੈ ਉਹੀ ਹੋਇਆ ਹੈ, ਯਾਦ ਰਵੇ। ਇਹ ਗੱਲ ਸਮਝ ਗਏ ਨਾ? ਮੇਰੇ ਉੱਤੇ ਇੰਜ ਚਿল্ਲਾਉਣ ਨਾਲ ਕੁਝ ਵੀ ਨਹੀਂ ਹੋਣਾ। ਮੇਰੇ ਬਗੈਰ ਕੁਝ ਨਹੀਂ ਚੱਲਣਾ ਤੁਹਾਡਾ ਜੇ ਮੈਂ ਚਲੀ ਜਾਵਾਂ। ਚੱਲੂਗਾ, ਬਿਲਕੁਲ ਚੱਲੂਗਾ। ਦਾਣਾ ਪਾਉਣ ਨਾਲ ਕਬੂਤਰਾਂ ਦਾ ਘਾਟਾ ਨਹੀਂ ਪੈਣਾ। ਡਿੱਬੇ 'ਚ ਸ਼ਾਇਦ ਕਿੰਨੇ ਦਾਣੇ ਆ ਉਹ ਸ਼ਾਇਦ ਤੁਹਾਨੂੰ ਪਤਾ ਨਹੀਂ ਹੈਗਾ ਹੈ, ਬਸ ਵੱਡੀ ਗੱਲਾਂ ਕਰਦੇ ਹੋ। ਲੈਰੀ ਸਾਹਿਬ, ਮੈਂ ਚਲਦੀ ਆ। ਕੀ ਗੱਲ ਕੁਝ ਗੜਬੜ ਹੋ ਗਈ? ਅਸਲ 'ਚ ਤੁਸੀਂ ਸ਼ਾਇਦ ਨਹੀਂ ਜਾਣਦੇ, ਮੈਨੂੰ ਥੋੜਾ ਗਾਣਾ ਸੁਣਨ ਦਾ ਨਸ਼ਾ ਏ। ਉਹ ਤਾਂ ਤੁਹਾਡੇ ਕਮਰੇ 'ਚੋਂ ਗਾਣੇ ਦੀ ਆਵਾਜ਼ ਸੁਣ ਕੇ ਮੈਨੂੰ ਪਤਾ ਲੱਗ ਗਿਆ। ਅੱਛਾ ਇਹ ਗੱਲ ਹੈ। ਮੇਰੇ ਸਾਰੇ ਰਿਕਾਰਡ ਰਹਿੰਦੇ ਆ ਇਸ ਅਲਮਾਰੀ 'ਚ। ਇਹਦੀ ਚਾਬੀ ਸੋਨੀ ਦੇ ਕੱਪੜੇ ਨਾਲ ਬੰਨੀ ਰਹਿੰਦੀ ਹੈ। ਹਰ ਰੋਜ਼ ਸਵੇਰੇ ਚਾਹ ਦੇਣ ਲੱਗੀ ਉਹੀ ਕਬੜ ਖੋਲ ਕੇ ਮੈਨੂੰ ਮੇਰੇ ਪਸੰਦ ਦੇ ਰਿਕਾਰਡ ਲਿਆ ਕੇ ਦਿੰਦੀ ਹੈ। ਓ ਕੀ ਸਰੂਪਾ ਜੀ ਨੇ ਉਹ ਚਾਬੀ ਗਵਾਚੀ ਹੈ? ਨਹੀਂ ਗਵਾਚੀ ਨਹੀਂ, ਕਿਤੇ ਰੱਖ ਕੇ ਭੁੱਲ ਗਿਆ ਆ। ਪਰ ਚਾਬੀ ਤਾਂ ਸੋਨੀ ਕੋਲ ਹੁੰਦੀ ਹੈ ਨਾ? ਪਹਿਲਾਂ ਮੇਰੇ ਕੋਲ ਰਹਿੰਦੀ ਸੀ, ਅਸਲ ਵਿੱਚ ਉਮਰ ਹੋ ਗਈ ਹੈ ਨਾ ਤੇ ਯਾਦ ਨਹੀਂ ਰਹਿੰਦਾ। ਸੋਨੀ ਨੂੰ ਹਰ ਰੋਜ਼ ਚਾਬੀ ਲੱਭਣੀ ਪੈਂਦੀ ਸੀ, ਬਸ ਇਸੇ ਕਰਕੇ ਚਾਬੀ ਉਹਦੇ ਕੋਲੇ ਰੱਖ ਦਿੱਤੀ। ਸਵੇਰੇ ਚਾਹ ਪੀਣ ਲੱਗਿਆ ਜੋ ਦਿਨ ਭਰ ਸੁਣਨਾ ਉਹ ਲਗਵਾ ਕੇ ਅੱਗੇ ਜੋ ਸੁਣਨਾ ਹੁੰਦਾ ਹੈ ਉਹ ਰਖਵਾ ਦਿੰਨਾ। ਠੀਕ ਹੈ, ਚੰਗਾ ਹੁਣ ਅਸੀਂ ਚੱਲਦੇ ਹਾਂ।
ਤੁਸੀਂ ਫਿਕਰ ਨਾ ਕਰਿਓ, ਸੋਨੀ ਜੀ ਨੇ ਚਾਬੀ ਜ਼ਰੂਰ ਲੱਭ ਲੈਣੀ ਹੈ। ਉਹ ਹਾਂ, ਰਾਤ ਨੂੰ ਤਾਂ ਤੁਸੀਂ ਆਏ ਰਹੇ ਹੋ ਨਾ। ਅੱਛਾ ਇਹ ਗੱਲ ਹੈ, ਆਉਂਗਾ ਜ਼ਰੂਰ ਜੇ ਨੀਂਦ ਖੁੱਲੀ ਤਾਂ। ਠੀਕ ਹੈ, ਚੱਲਦੇ ਹਾਂ ਅਸੀਂ। ਉਮੀਦ ਹੈ ਦਿਨ ਚੰਗਾ ਜਾਊਗਾ। ਓਏ ਟਿੰਕੇ ਮਿੰਕੇ, ਫਰੈਸ਼ ਹੋ ਕੇ ਤੁਸੀਂ ਨਾਸ਼ਤਾ ਵਾਸਤਾ ਕਰ ਲਓ, ਸਾਨੂੰ ਨਿਕਲਣਾ ਪਵੇਗਾ। ਅੱਜ ਪੂਰੇ ਦਿਨ ਬਹੁਤ ਕੰਮ ਨੇ। ਅਸੀਂ ਕਿੱਥੇ ਜਾ ਰਹੇ ਹਾਂ ਬੱਲੀ ਵੀਰੇ? ਨਿਮਾਈ ਜੀ ਦੇ ਘਰ ਜਾਣਾ ਹੈ। ਹਰ ਵਾਰ ਮੈਂ ਉਹਨੂੰ ਕਿਹਾ ਸੀ ਲਹਿਰੀ ਫੈਮਿਲੀ ਦਾ ਕੋਈ ਪ੍ਰਤਿਮਾ ਨਾ ਬਣਾਓ ਤੁਸੀਂ, ਮੈਂ ਕੀ ਕਰਾਂ? ਕਿਉਂ? ਪਰ ਲਹਿਰੀ ਫੈਮਿਲੀ ਦੀ ਪ੍ਰਤਿਮਾ ਤਾਂ ਹੁਣ ਤੱਕ ਤੁਹਾਡੀ ਫੈਮਿਲੀ ਬਣਾਉਂਦੀ ਸੀ ਨਾ, ਤੇ ਫਿਰ ਨਿਮਾਈ ਜੀ ਨੂੰ ਤੁਸੀਂ ਪ੍ਰਤਿਮਾ ਬਣਾਉਣ ਤੋਂ ਮਨਾ ਕਿਉਂ ਕੀਤਾ? ਨਹੀਂ ਮਤਲਬ ਮੈਂ ਕਹਿ ਰਹੀ ਹਾਂ ਲਹਿਰੀ ਜੀ ਦੀ ਜੋ ਹਾਲਤ ਆ ਉਸ ਤੋਂ ਕੁਝ ਪੈਸੇ ਵੀ ਆ, ਤੁਸੀਂ ਸਮਝ ਸਕਦੇ ਹੋ। ਪ੍ਰਤਿਮਾ ਬਣਾ ਕੇ ਹੀ ਸਾਡਾ ਘਰ ਚੱਲਦਾ ਹੈ, ਮਿਹਨਤ ਕਰਕੇ ਜੇ ਸਾਨੂੰ ਪੈਸੇ ਨਾ ਮਿਲਨੇ ਤਾਂ ਫੇਰ ਦੱਸੋ ਕੀ ਕਰੀਏ ਅਸੀਂ? ਅੱਛਾ, ਉਹ ਨਿਮਾਈ ਜੀ ਦਾ ਦੇਹਾਂਤ ਕਿਵੇਂ ਹੋਇਆ? ਉਹੀ ਤਾਂ ਦੱਸ ਰਹੀ ਆ, ਉਹ ਉੱਥੇ ਉਸ ਦਿਨ ਮਨ ਲਾ ਕੇ ਪ੍ਰਤਿਮਾ ਬਣਾ ਰਿਹਾ ਸੀ। ਉਸ ਦਿਨ ਦੁਪਹਿਰ ਤੋਂ ਸ਼ਾਮ ਹੋ ਗਈ ਸੀ, ਉਸੇ ਵੇਲੇ ਲਹਿਰੀ ਜੀ ਤੇ ਸਾਧੂ ਜੀ ਆਏ ਇੱਥੇ। ਓਏ ਨਿਤਾਈ, ਫਿਰ ਤੋਂ ਪ੍ਰਤਿਮਾ ਬਣਾ ਕੇ ਛੱਡੀ। ਉਹ ਤੁਸੀਂ ਐਵੇਂ ਕਿਉਂ ਬੋਲ ਰਹੇ ਹੋ? ਤੁਹਾਡੇ ਪਰਿਵਾਰ ਦੀ ਇੰਨੀ ਪੁਰਾਣੀ ਪੂਜਾ, ਸਾਡੇ ਬਜ਼ੁਰਗ ਦਾਦਾ ਪਰਦਾਦਾ ਦੇ ਟਾਈਮ ਦਾ ਕੰਮ ਕਿਵੇਂ ਬੰਦ ਕਰ ਦੇਵਾਂ ਭਲਾ ਦੱਸੋ? ਬਣਾ ਰਿਹਾ ਹੈ ਤਾਂ ਬਣਾਓ, ਪਰ ਪੈਸਿਆਂ ਦਾ ਕੀ ਉਹ ਨਹੀਂ ਪਤਾ। ਨਿਤਾਈ ਤਾਂ ਬਿਲਕੁਲ ਹੀ ਠੀਕ ਕਹਿ ਰਿਹਾ ਏ। ਪੈਸੇ ਤੋਂ ਬਿਨਾਂ ਤਾਂ ਨਿਤਾਈ ਤੁਹਾਡੇ ਇਲਾਵਾ ਕਿਸੇ ਹੋਰ ਦੀ ਮੂਰਤੀ ਨਹੀਂ ਬਣਾਉਂਦਾ ਏ। ਏ ਨਿਤਾਈ, ਤੁਸੀਂ ਜ਼ਰਾ ਚੁੱਪ ਕਰੋ। ਇਸ ਪੂਜਾ ਦੇ ਨਾ ਹੋਣ ਤੋਂ ਤੁਹਾਡੀ ਜੇਬ ਵੀ ਤਾਂ ਨਹੀਂ ਭਰੀ ਜਾਣੀ। ਨਿਤਾਈ, ਤੂੰ ਪ੍ਰਤਿਮਾ ਬਣਾ ਰਿਹਾ ਹੈ, ਪਰ ਪੈਸਿਆਂ ਦੇ ਬਾਰੇ ਕੁਝ ਵੀ ਨਾ ਬੋਲੀ ਤੂੰ। ਇਹ ਦੱਸ ਰਿਹਾ ਮੈਂ। ਚਲੋ ਸਾਧੂ ਜੀ। ਉਹਨਾਂ ਦੇ ਨਿਕਲਣ ਤੋਂ ਬਾਅਦ ਹੀ ਮੈਂ ਚੀਕ ਸੁਣੀ ਤੇ ਬਾਹਰ ਨਿਕਲ ਕੇ ਵੇਖਿਆ। ਕੀ ਵੇਖਿਆ? ਉਹ ਆਂਗਨ ਵਿੱਚ ਪਏ ਹੋਏ ਸੀ। ਪਹਿਲਾਂ ਤਾਂ ਮੈਨੂੰ ਕੁਝ ਵੀ ਸਮਝ ਨਹੀਂ ਆਇਆ। ਮੇਰੇ ਮੁੰਡੇ ਨੇ ਹੀ ਉਹਨਾਂ ਨੂੰ ਵੇਖਿਆ, ਉਹਦੇ ਪੈਰ 'ਚ। ਐਦਾ ਮਤਲਬ ਉਹਨਾਂ ਦਾ ਖੂਨ? ਇਸ ਦਾ ਮਤਲਬ ਸੱਪ ਦੇ ਕੱਟਣ ਤੋਂ ਨਿਮਾਈ ਦੀ ਮੌਤ ਹੋਈ ਹੈ। ਸਾਧੂ ਜੀ ਵੀ ਇਸ ਵਿੱਚ ਕੁਝ ਨਹੀਂ ਕਰ ਸਕੀਏ। ਇੱਥੇ ਸਾਰਾ ਕੁਝ ਕਿੰਨਾ ਗੋਲਮਾਲ ਲੱਗ ਰਿਹਾ ਹੈ। ਸਹੀ ਕਿਹਾ ਨਾ ਬੱਲੀ ਵੀਰੇ? ਇਹ ਤੂੰ ਇੰਨੀ ਦੇਰ ਬਾਅਦ ਸਮਝਿਆ ਹੈ? ਬੱਲੀ ਵੀਰੇ, ਉਹ ਆਦਮੀ। ਤੂੰ ਸਹੀ ਕਹਿ ਰਿਹਾ, ਇਹ ਉਹੀ ਨਾਉ ਚਲਾਉਣ ਵਾਲਾ ਆਦਮੀ ਹੈ ਨਾ? ਹਾਂਜੀ ਬੱਲੀ ਵੀਰੇ, ਉਹੀ ਆਦਮੀ ਹੈ। ਸੋਹਣੀ ਜੀ ਉਹਨਾਂ ਨੂੰ ਕੀ ਕਹਿੰਦੀ ਪਈ ਹੈ? ਲਹਿਰੀ ਸਾਹਿਬ ਨੇ ਕਿਹਾ ਸੀ ਨਿਮਾਈ ਪਾਲ ਦਾ ਖੂਨ ਹੋਇਆ ਸੀ। ਪਰ ਉਹਦੀ ਵੋਟੀ ਨੇ ਕਿਹਾ ਸੀ ਉਹ ਸੱਪ ਦੇ ਕੱਟਣ ਤੋਂ ਮਰਿਆ ਸੀ। ਕੌਣ ਸੱਚ ਬੋਲ ਰਿਹਾ ਹੈ? ਕੌਣ, ਲਹਿਰੀ ਸਾਹਿਬ ਜਾਂ ਨਿਮਾਈ ਪਾਲ ਦੀ ਵੋਟੀ? ਇੱਕ ਸਧਾਰਨ ਮੌਤ ਨੂੰ ਖੂਨ ਕਿਉਂ ਕਿਹਾ ਲਹਿਰੀ ਸਾਹਿਬ ਨੇ? ਕਿਉਂ? ਕਿਉਂ ਭਲਾ? ਸਭ ਤੋਂ ਵੱਡਾ ਰਾਜ਼ ਇਹ ਹੈ, ਸਾਰੇ ਅਖਬਾਰਾਂ 'ਚ ਸੋਨੇ ਦੀ ਕੀਮਤ ਤੇ ਅਲੱਗ ਜਿਹਾ ਗੋਲ ਨਿਸ਼ਾਨ ਬਣਾ ਕੇ ਰੱਖਿਆ ਹੋਇਆ ਹੈ, ਹਰ ਰੋਜ਼ ਇੱਕੋ ਜਿਹਾ। ਕਿਉਂ? ਤੇ ਬੱਲੀ ਬਾਜੀ, ਸਾਡੇ ਇਸ ਕਮਰੇ 'ਚ ਆਉਂਦੇ ਹੀ ਉਹ ਪੇਪਰ ਜਿਹੜਾ ਈਟ 'ਚ ਲਪੇਟ ਕੇ ਥੱਲੇ ਸੁੱਟਿਆ ਸੀ ਹੈ। ਹੋਰ ਇੱਕ ਗੱਲ ਗੌਰ ਕੀਤੀ ਹੈ? ਕੀ? ਲਹਿਰੀ ਸਾਹਿਬ ਦੇ ਰੋਜ਼ ਗਾਣੇ ਸੁਣਨ ਦਾ ਸ਼ੌਕ। ਕਿਉਂ? ਗਾਣਾ ਸੁਣ ਨਹੀਂ ਸਕਦਾ? ਸੁਣ ਕਿਉਂ ਨਹੀਂ ਸਕਦਾ? ਪਰ ਉਹਨਾਂ ਨੇ ਕਿਹਾ ਸੀ ਹਰ ਰੋਜ਼ ਇੱਕ ਹੀ ਗਾਣਾ ਨਹੀਂ ਸੁਣਦੇ, ਪਰ ਅਸੀਂ ਉਹਨਾਂ ਦੇ ਕਮਰੇ ਤੋਂ ਹਰ ਰੋਜ਼ ਇੱਕੋ ਹੀ ਗਾਣੇ ਦੀ ਆਵਾਜ਼ ਸੁਣੀ ਹੈ। ਹਾਂ, ਠੀਕ ਕਿਹਾ ਤੁਸੀਂ ਬੱਲੀ ਬਾਜੀ। ਚੰਗਾ ਬੱਲੀ ਵੀਰੇ, ਉਹ ਸਰੂਪਾ ਭੈਣ ਜੀ ਉਸ ਭਾਈ ਤੋਂ ਕੀ ਗੱਲ ਕਰ ਰਹੀ ਹੋਣੀ ਹੈ? ਅਤੇ ਲਹਿਰੀ ਸਾਹਿਬ ਦਾ ਉਹ ਪ੍ਰਾਹੁਣਾ ਜਸਵਿੰਦਰ ਪੰਜਾਬ ਤੋਂ ਸਿੱਧਾ ਉਹ ਪੂਜਾ ਦੇ ਲਈ ਆਇਆ ਹੈ ਤੇ ਲਹਿਰੀ ਸਾਹਿਬ ਨੂੰ ਹੀ ਨਹੀਂ ਪਤਾ। ਅਤੇ ਜਸਵਿੰਦਰ ਨੇ ਵੀ ਇਹੀ ਕਿਹਾ ਕਿ ਉਹ ਹਜੇ ਤੱਕ ਲਹਿਰੀ ਸਾਹਿਬ ਨੂੰ ਨਹੀਂ ਮਿਲਿਆ। ਕਿਉਂ? ਅਤੇ ਨਿਮਾਈ ਜੀ ਦਾ ਖੂਨ, ਉਹ ਖੂਨ ਹੀ ਹੈ ਜਾਂ? ਟਿੰਕੇ ਮਿੰਕੇ, ਤੁਸੀਂ ਕਮਰੇ 'ਚ ਰਹੋ, ਮੈਂ ਹੁਣੇ ਆਉਣਾ। ਕੀ
ਸਭ ਜਗ੍ਹਾ ਖੂਨ ਨੂੰ ਸਿੰਪਲ ਡੈਥ ਬਣਾ ਦਿੰਦੇ ਨੇ, ਇੱਥੇ ਤੇ ਕੇਸ ਹੀ ਕੁਝ ਹੋਰ ਹੈ। ਮੇਰਾ ਤੇ ਦਿਮਾਗ ਹੀ ਚੱਕਰਾ ਰਿਹਾ ਹੈ ਟਿੰਕਿਆ। गुड मॉर्निंग लहरी साहब। ਗੁੱਡ ਮਾਰਨਿੰਗ। ਇੰਨੀ ਸਵੇਰੇ ਸਵੇਰੇ ਕੋਈ ਜ਼ਰੂਰੀ ਗੱਲ ਹੈਗੀ ਹੈ? ਸਾਰੀਆਂ ਗੱਲਾਂ ਦਾ ਜਵਾਬ ਤਾਂ ਦੇਣ ਆਇਆ। ਮਤਲਬ ਪਹਿਲਾਂ ਤੁਸੀਂ ਬਹਿ ਜਾਓ, ਫਿਰ ਸੁਣਦੇ ਆ ਤੁਹਾਡੀ ਗੱਲ। ਹਾਲੇ ਤੱਕ ਅਲਮਾਰੀ ਦੀ ਚਾਬੀ ਸੋਨੀ ਭੈਣ ਜੀ ਨੂੰ ਨਹੀਂ ਮਿਲੀ। ਅਲਮਾਰੀ ਦੀ ਚਾਬੀ? ਨਾ ਨਾ, ਮਤਲਬ ਮਿਲੀ ਹੈ ਨਾ? ਹਾਂ ਮਿਲੀ ਹੈ। ਤੇ ਫਿਰ ਤੁਸੀਂ ਵੀ ਅੱਜ ਇੱਕੋ ਹੀ ਗਾਣਾ ਸੁਣਦੇ ਪਏ ਹੋ। ਇੱਕ ਹੀ ਗਾਣਾ? ਓਹ ਮਤਲਬ ਦਰਅਸਲ ਮੈਨੂੰ ਇਹ ਗਾਣਾ ਬਹੁਤ ਵਧੀਆ ਲੱਗਦਾ ਹੈ। ਜੇ ਤੁਸੀਂ ਮੈਨੂੰ ਹੋਰ ਕੁਝ ਵੀ ਬੋਲੋਗੇ ਨਾ ਤੇ ਆ ਫੜੋ ਤੁਹਾਡੀ ਚਾਬੀ। ਸੋਨੀ ਤੇਰੀ ਇੰਨੀ ਹਿੰਮਤ, ਮੇਰੇ ਨਾਲ ਤੂੰ? ਅਲਮਾਰੀ ਤੁਸੀਂ ਖੋਲੋਗੇ ਜਾਂ ਮੈਂ ਖੋਲਾਂ? ਬੱਲੀ ਤੂੰ ਭੁੱਲੀ ਨਾ, ਤੈਨੂੰ ਮੈਂ ਹੀ ਇਸ ਘਰ ਦੇ ਵਿੱਚ ਸੱਦਿਆ ਏ। ਤੁਹਾਨੂੰ ਮੇਰੀ ਲੋੜ ਸੀ, ਇਸ ਲਈ ਅਲਮਾਰੀ ਤੁਸੀਂ ਖੋਲੋ। ਖੋਲ ਦਿਓਗੇ ਨਹੀਂ ਤਾਂ ਮੈਂ। ਤੁਸੀਂ ਸਾਰੀ ਇਸ ਬੁੱਢੇ ਆਦਮੀ ਨੂੰ ਆ ਲੋ। ਹੈ ਕੀ ਇਸ ਅਲਮਾਰੀ 'ਚ ਤੇ ਇੱਕ ਵੀ ਰਿਕਾਰਡ ਨਹੀਂ ਹੈ। ਰਹੋਗੇ ਤਾਂ ਦਿਸੂਗੇ ਨਾ। ਤੇ ਫਿਰ ਮਾਂ ਦੁਰਗਾ ਦੇ ਸਾਰੇ ਗਹਿਣੇ ਕੱਢੋ ਛੇਤੀ। ਬੱਲੀ ਭਾਜੀ, ਮੇਰਾ ਤੇ ਇਸ ਪਰਿਵਾਰ ਦੇ ਇੰਨੇ ਦਿਨਾਂ ਦਾ ਮਾਨ ਸਨਮਾਨ ਸਭ ਤੁਹਾਡੇ ਹੱਥ ਵਿੱਚ ਹੈ। ਗਹਿਣੇ ਜਦੋਂ ਵੇਚ ਰਹੇ ਸੀ ਉਦੋਂ ਪਤਾ ਨਹੀਂ ਲੱਗਿਆ? ਮਤਲਬ ਬੱਲੀ ਵੀਰੇ ਥੋੜਾ ਖੁੱਲ ਕੇ ਦੱਸੋ ਨਾ। ਇਹ ਲਹਿਰੀ ਸਾਹਿਬ ਹਰ ਰੋਜ਼ ਉਹ ਸੋਨੀ ਨੂੰ ਕਹਿ ਕੇ ਅਖਬਾਰ ਮੰਗਾਉਂਦੇ ਸੀ, ਖਬਰ ਪੜਨ ਲਈ ਨਹੀਂ, ਬਾਜ਼ਾਰ 'ਚ ਸੋਨੇ ਦਾ ਮੁੱਲ ਵਧਿਆ ਕਿ ਘਟਿਆ ਇਹ ਜਾਣਨ ਲਈ। ਓ ਐਸੇ ਲਈ ਸਾਰੇ ਪੇਪਰਾਂ 'ਚ ਉਹ ਜਗ੍ਹਾ ਗੋਲ ਨਿਸ਼ਾਨ ਬਣਿਆ ਹੋਇਆ ਹੈ। ਤੇ ਜਦ ਚੰਗੀ ਕੀਮਤ ਇਹਨਾਂ ਨੂੰ ਮਿਲ ਜਾਂਦੀ ਤਾਂ ਦੁਰਗਾ ਮਾਂ ਦੇ ਗਹਿਣੇ ਸੋਨੀ ਸਰੂਪਾ ਦੇ ਹੱਥ ਸ਼ਹਿਰ ਭਿਜਵਾ ਦਿੰਦੇ ਵੇਚਣ ਦੇ ਲਈ। ਸੋਨੀ ਨੂੰ ਇਸ ਕੰਮ ਦਾ 10% ਮਿਲਦਾ ਸੀ। ਤੇ ਫਿਰ ਇੰਨੀ ਜ਼ਰੂਰੀ ਚਾਬੀ ਗਵਾਚ ਗਈ ਹੈ। ਓਏ ਰੱਬਾ, ਚਾਬੀ ਗਵਾਚੀ ਨਹੀਂ ਹੈ। ਵੇਖਿਆ ਨਹੀਂ, ਚਾਬੀ ਸੋਨੀ ਸਰੂਪਾ ਕੋਲ ਸੀ। ਨਾਲੇ ਜਸਵਿੰਦਰ ਦੇ ਹਵੇਲੀ 'ਚ ਆਉਣ ਤੋਂ ਬਾਅਦ ਹੀ ਸੋਨੀ ਸਰੂਪਾ ਚਾਬੀ ਆਪਣੇ ਕੋਲ ਲੁਕੋ ਕੇ ਰੱਖਣ ਲੱਗੀ। ਨਾਲੇ ਯਾਦ ਹੈ ਉਦੋਂ ਲਹਿਰੀ ਸਾਹਿਬ ਤੇ ਸੋਨੀ ਦੇ ਵਿੱਚ ਝਗੜਾ ਹੋਇਆ ਸੀ। ਇੰਨੀ ਹਿੰਮਤ? ਮੈਂ ਸਾਰਿਆਂ ਨੂੰ ਘਰੋਂ ਕੱਢ ਦਿਆਂਗਾ। ਮੇਰੇ ਇਸ ਘਰ ਵਿੱਚ ਹਾਲੇ ਵੀ ਮੇਰੀ ਗੱਲ ਚੱਲਦੀ ਹੈ, ਇਹ ਗੱਲ ਯਾਦ ਰਵੇ। ਕਿਉਂਕਿ ਇਹ ਸਭ ਸੋਨੀ ਭੈਣ ਜੀ ਪਹਿਲਾਂ ਹੀ ਜਾਣਦੇ ਸੀ। ਸਾਧੂ ਜੀ ਜਦੋਂ ਘਰ ਆਏ ਦੁਰਗਾ ਮਾਂ ਦੇ ਗਹਿਣਿਆਂ ਦਾ ਬਕਸਾ ਵੇਖਣ ਲਈ ਸੋਨੀ ਜੀ ਤੇ ਜ਼ੋਰ ਪਾ ਰਿਹਾ ਸੀ। ਸੋਨੀ ਭੈਣ ਜੀ ਨੇ ਸੋਚਿਆ ਜੇ ਜਸਵਿੰਦਰ ਨੂੰ ਇਸ ਦਾ ਪਤਾ ਲੱਗਿਆ ਤੇ ਗੜਬੜ ਹੋ ਜਾਣੀ ਹੈ, ਇਸ ਲਈ ਸੋਨੀ ਨੇ ਚਾਬੀ ਲੁਕੋ ਲਈ। ਲਹਿਰੀ ਸਾਹਿਬ ਨੂੰ ਚਾਬੀ ਮਿਲੀ ਨਹੀਂ। ਨਿਰਮਲ ਵੀ ਆਪਣੇ ਪਾਪਾ ਤੇ ਨਾਰਾਜ਼ ਹੋਊਗਾ, ਫਿਰ ਉਹ ਅਲਮਾਰੀ ਤੋੜੂਗਾ। ਹੋਰ ਕਿਵੇਂ ਵੀ ਮੂਰਤੀ ਨੂੰ ਲਿਆ ਕੇ ਜਿਹੜੇ ਗਹਿਣੇ ਆ, ਜਿਹੜੇ ਨਕਲੀ ਗਹਿਣੇ ਵੀ ਆ, ਪੂਜਾ ਦੇ 4 ਦਿਨ ਜਿਵੇਂ ਵੀ ਕੱਢਣ ਤੋਂ ਇਹ ਕੰਮ ਹੋ ਜਾਂਦਾ। ਬੱਲੀ ਦੋ ਗ੍ਰੇਟ। ਕੀ ਸੋਨੀ ਭੈਣ ਜੀ ਯਾਦ ਹੈ ਉਦੋਂ ਤੁਸੀਂ ਲਹਿਰੀ ਸਾਹਿਬ ਨੂੰ ਕੀ ਕਿਹਾ ਸੀ? ਡਿੱਬੇ 'ਚ ਦਾਣਾ ਰਹੂਗਾ ਤਦੋਂ ਤੇ ਪਾਓਗੇ। ਮੇਰੇ ਉੱਤੇ ਇੰਜ ਚਿল্লাਉਣ ਨਾਲ ਕੁਝ ਵੀ ਨਹੀਂ ਹੋਣਾ। ਮੇਰੇ ਬਗੈਰ ਕੁਝ ਨਹੀਂ ਚੱਲਣਾ ਤੁਹਾਡਾ ਜੇ ਮੈਂ ਚਲੀ ਜਾਵਾਂ। ਡੱਬਾ ਮਤਲਬ ਹੈ ਬਕਸਾ, ਹੋਰ ਦਾਣਾ ਹੈ ਮਾਂ ਦੁਰਗਾ ਦੇ ਗਹਿਣੇ। ਤੁਸੀਂ ਜਾਣਦੇ ਸੀ ਕਿ ਬਕਸੇ 'ਚ ਗਹਿਣੇ ਬਹੁਤ ਘੱਟ ਨੇ, ਸਭ ਵੇਚਤੇ ਤੁਸੀਂ। ਇਸ ਲਈ ਜੇ ਮੈਂ ਜਾਣ ਗਿਆ ਤੇ ਖਤਰਾ ਹੈ, ਸੋਨੀ ਜੀ ਦਾ ਵੀ ਖਤਰਾ ਹੈ। ਇਸ ਲਈ ਖੁਦ ਡਰ ਕੇ ਹੀ ਚਾਬੀ ਨੂੰ ਹੀ ਗਵਾ ਦਿੱਤਾ ਹੈ। ਤੇ ਉਹ ਦੋ ਖੂਨ ਦੇ ਪਿੱਛੇ ਹੈ ਲਹਿਰੀ ਸਾਹਿਬ। ਜਿਹੜੇ ਸੱਪ ਕੱਟਣ ਤੋਂ ਨਿਮਾਈਪਾਲ ਦੀ ਮੌਤ ਹੋਈ ਹੈ, ਉਹ ਸੱਪ ਦਾ ਜੁਗਾੜ ਕੀਤਾ ਸੀ ਉਸ ਨੀਲੂ ਨੇ, ਤੇ ਉਹ ਸੱਪ ਨੂੰ ਉੱਤੇ ਛੱਡਿਆ ਸੀ ਇਸ ਲਹਿਰੀ ਸਾਹਿਬ ਨੇ। ਨਹੀਂ,
ਹਾਂ ਲਹਿਰੀ ਸਾਹਿਬ, ਬਿਲਕੁਲ ਠੀਕ। ਤੇ ਉਹ ਸਾਧੂ ਜੀ ਸਭ ਜਾਣਦੇ ਸੀ। ਆਪਣੀ ਲੋੜ ਲਈ ਤੁਸੀਂ ਆਪਣਾ ਮੂੰਹ ਬੰਦ ਰੱਖਿਆ ਕਿਉਂਕਿ ਗਹਿਣਿਆਂ ਦੀ ਕੀਮਤ ਦਾ ਹਿੱਸਾ ਲੈਣਾ ਸੀ। ਪਰ ਨਿਮਾਈ ਨੂੰ ਕਿਉਂ ਮਾਰਦਾ ਪਿਆ? ਕਿਉਂਕਿ ਉਹ ਮੂਰਤੀ ਬਣਾ ਰਿਹਾ ਸੀ। ਬਣਨ ਤੋਂ ਸਾਰਾ ਪਿੰਡ ਜਾਣ ਜਾਂਦਾ ਕਿ ਲਹਿਰੀ ਸਾਹਿਬ ਦੀ ਹਵੇਲੀ ਤੇ ਪੂਜਾ ਹੋ ਰਹੀ ਹੈ। ਕਿਉਂ ਲਹਿਰੀ ਸਾਹਿਬ, ਤੁਸੀਂ ਤੇ ਨਹੀਂ ਚਾਹੁੰਦੇ ਸੀ ਨਾ ਕਿ ਪੂਜਾ ਹੋਵੇ? ਕਿਵੇਂ ਕਰੀਏ ਅਸੀਂ? ਦੁਰਗਾ ਮਾਤਾ ਘਰ ਆਂਦੀ ਹੈ ਤੇ ਗਹਿਣੇ ਤਾਂ ਪਾਣੇ ਹੀ ਪੈਣੇ ਆ, ਤੇ ਨਿਰਮਲ ਸਾਹਿਬ ਜੀ ਨੂੰ ਸਭ ਕੁਝ ਪਤਾ ਲੱਗ ਜਾਊਗਾ ਫਿਰ। ਇਸ ਲਈ ਜਦੋਂ ਉਹ ਸਾਧੂ ਜੀ ਨਵੀਂ ਮੂਰਤੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਉਹਨਾਂ ਨੂੰ ਉਸ ਨੀਲੂ ਵਾਂਗ ਮਾਰਨਾ ਪਿਆ। ਮੈਨੂੰ ਤੁਸੀਂ ਸਾਰੇ ਮਾਫ ਕਰ ਦਿਓ। ਬਚਾਓ, ਮੈਨੂੰ ਬਚਾਓ। ਉਹ ਸਾਧੂ ਨੂੰ ਤਾਂ ਹਮੇਸ਼ਾ ਸੋਨੇ ਦਾ ਹੀ ਹਿੱਸਾ ਮਿਲਦਾ ਹੈ। ਉਹ ਤਾਂ ਪੂਜਾ ਕਰਕੇ ਆਪਣਾ ਢਿੱਡ ਵੀ ਸੰਭਾਲ ਨਹੀਂ ਸਕਦਾ, ਮੈਂ ਇਹ ਜਾਣਦੀ ਆ। 12 ਰੁਪਏ ਕਰਕੇ 4 ਦਿਨਾਂ 'ਚ ਬਹੁਤ ਲੋਕੀ ਪੈਸੇ ਦਿੰਦੇ ਸੀ। ਸਾਰੇ ਲੋਕੀ ਬੇਈਮਾਨ ਨੇ। ਬੱਲੀ ਦੋ ਗ੍ਰੇਟ। ਬੱਲੀ ਪਾਜੀ, ਸਾਡੇ ਕਮਰੇ ਵਿੱਚ ਉਹ ਚਿੱਠੀ। ਬੱਲੀ ਵੀਰੇ ਹਟ ਜਾਓ। ਇਹ ਕੀ? ਉਹ ਚਿੱਠੀ ਸਿਰਫ ਜਸਵਿੰਦਰ ਨੂੰ ਡਰਾਉਣ ਦੇ ਲਈ ਸੀ। ਜ਼ਿਆਦਾ ਦਿਮਾਗ ਲਾਉਣ ਦੀ ਲੋੜ ਨਹੀਂ ਹੈ। ਦਰਵਾਜ਼ੇ ਦੇ ਸਾਹਮਣੇ ਰਾਤ ਨੂੰ ਰਿਕਸ਼ਾ ਨੂੰ ਵੇਖ ਕੇ ਨੀਲੂ ਨੇ ਸੋਚਿਆ ਕਿ ਜਸਵਿੰਦਰ ਆਇਆ ਹੈ ਤੇ ਸੋਨੀ ਨੇ ਨੀਲੂ ਨੂੰ ਖਿੜਕੀ ਤੋਂ ਇਸ਼ਾਰਾ ਦਿੰਦੇ ਹੀ ਅਗਲੇ ਦਿਨ ਹੀ ਨਾਵ ਵਾਲਾ ਬਣ ਕੇ ਟਿੰਕੇ ਮਿੰਕੇ ਨੂੰ ਨਦੀ ਦੇ ਵਿੱਚੋਂ ਵਿੱਚ ਛੱਡ ਦਿੱਤਾ ਤਾਂ ਕਿ ਅਸੀਂ ਡਰ ਕੇ ਪਿੰਡ ਛੱਡ ਦਈਏ। ਗੰਗਾ ਮੇਰੀ ਮਾਂ। ਹੁਣ ਬੱਚਿਓ ਤੁਸੀਂ ਮਜ਼ਾ ਕਰੋ, ਮੈਂ ਚੱਲਦਾ ਹਾਂ। ਇਹ ਕੀ? ਇਹ ਕੀ? ਬਚਾਓ, ਇਹ ਕੀ ਹੋ ਰਿਹਾ? ਬਚਾਓ ਸਾਨੂੰ, ਬਚਾਓ ਬੱਲੀ ਸਾਨੂੰ। ਵੀਰੇ ਬੱਲੀ ਬਚਾਓ। ਬਾਜੀ, ਹੁਣ ਕੀ ਬਚਾਓ ਹੋਊਗਾ? ਸਾਨੂੰ। ਬਚਾਓ ਸਾਨੂੰ। ਬਚਾ ਲਿਓ। ਹਾਏ, ਇਹ ਕੀ ਹੋ ਰਿਹਾ? ਬਚਾਓ ਬੱਲੀ ਵੀਰੇ। ਕੀ ਸੋਨੀ ਭੈਣ ਜੀ? ਮਤਲਬ ਉਹ ਨਾव ਵਾਲਾ ਆਦਮੀ? ਹਾਂ, ਉਸ ਮੈਦਾਨ ਦੇ ਕੋਲ ਸੋਨੀ ਭੈਣ ਜੀ ਨੂੰ ਤੁਸੀਂ ਨੀਲੂ ਦੇ ਨਾਲੇ ਗੱਲ ਕਰਦੇ ਹੋ ਵੇਖਿਆ ਸੀ। ਯਕੀਨ ਮੰਨੋ, ਮੈਂ ਉਸ ਬਾਰੇ ਸਭ ਕੁਝ ਜਾਣਦੀ ਸੀ, ਪਰ ਮੈਂ ਸੋਨੇ ਵਿੱਚ ਕੋਈ ਹਿੱਸਾ ਨਹੀਂ ਮੰਗਿਆ। ਉਹ ਵੀ ਆਪਣੇ ਲਈ, ਕਿਉਂਕਿ ਤੁਸੀਂ ਜਾਣਦੇ ਸੀ ਸਾਡਾ ਸੋਨਾ ਹੋਰ ਨਹੀਂ ਬਚਿਆ ਹੈ। ਲਹਿਰੀ ਸਾਹਿਬ ਦੀ ਵੀ ਉਮਰ ਹੋ ਗਈ ਹੈ ਔਰ ਜਸਵਿੰਦਰ ਵੀ ਕਦੇ ਸ਼ਹਿਰ ਛੱਡ ਕੇ ਇਸ ਪਿੰਡ 'ਚ ਨਹੀਂ ਰਹੂਗਾ। ਨਾਲੇ ਲਹਿਰੀ ਸਾਹਿਬ ਦੇ ਬਾਅਦ ਤਾਂ ਤੁਸੀਂ ਹੀ ਪਾਣਾ ਹੈ ਇਸ ਬੰਗਲੇ ਦਾ ਅਸਲੀ ਵਾਰਸ। ਸ਼ੀ ਸੋਨੀ ਜੀ, ਸ਼ੀ। ਬੱਲੀ ਭਾਜੀ, ਉਹ ਨੀਲੂ ਕਿੱਥੇ ਹੈ? ਉਹ ਤਾਂ ਹਜੇ ਤੱਕ ਜੇਲ੍ਹ ਦੇ ਅੰਦਰ ਬੰਦ ਹੈ। ਜੇ ਤੁਹਾਨੂੰ ਬੁਰਾ ਨਾ ਲੱਗੇ ਤੇ ਇਹ ਲਹਿਰੀ ਪਰਿਵਾਰ ਦੀ ਪਰੰਪਰਾ ਨੂੰ ਯਾਦ ਰੱਖ ਕੇ ਇਹ ਤੁਸੀਂ ਸਭ ਕੁਝ ਇਹ ਤੁਸੀਂ ਕਰ। ਤੁਸੀਂ ਬਿਲਕੁਲ ਨਿਸ਼ਚਿੰਤ ਰਹੋ, ਪੁਲਿਸ ਤੱਕ ਹੀ ਇਸ ਬਾਰੇ ਕੋਈ ਨਹੀਂ ਜਾਣ ਪਾਊਗਾ। ਬੱਲੀ ਵੀਰੇ, ਇੱਕ ਚੀਜ਼ ਮੇਰੀ ਸਮਝ ਨਹੀਂ ਆ ਰਹੀ। ਉਹ ਸੁਦਰਸ਼ਨ ਜੀ ਨੇ ਸਾਨੂੰ ਫੋਨ ਕਰਕੇ ਕਿਉਂ ਬੁਲਾਇਆ? ਮੌਤ ਦੇ ਡਰ ਤੋਂ। ਉਹ ਨੀਲੂ ਨੂੰ ਬਿਲਕੁਲ ਵਿਸ਼ਵਾਸ ਨਹੀਂ ਸੀ ਕਿ ਗਹਿਣੇ ਹੋਰ ਨਹੀਂ ਹਨ। ਪਰ ਜਸਵਿੰਦਰ ਜੀ, ਮੈਂ ਚੁੱਪ ਰਵਾਂਗਾ ਇੱਕੋ ਹੀ ਸ਼ਰਤ ਤੇ। ਸ਼ਰਤ? ਦੱਸੋ। ਇਹ ਲਹਿਰੀ ਪਰਿਵਾਰ ਦੀ ਦੁਰਗਾ ਪੂਜਾ ਤੁਹਾਨੂੰ ਕਰਨੀ ਪਵੇਗੀ ਤੇ ਅਸੀਂ ਵੀ ਰਵਾਂਗੇ ਇਸ ਪੂਜਾ ਦੇ ਵਿੱਚ। ਯੇ! ਜ਼ਰੂਰ ਜ਼ਰੂਰ ਜ਼ਰੂਰ।